हाँ जी स्टूडेंट्स, बेटा पेज नंबर है 22। पेज नंबर 22 ਦੇ ਉੱਪਰ ਤੁਹਾਨੂੰ ਜਿਹੜਾ ਹੈ ਇੱਕ ਇਲਸਟ੍ਰੇਸ਼ਨ ਦਿੱਤੀ ਹੋਈ ਹੈ ਲਿੰਗੁਇਸਟਿਕ ਡਾਇਵਰਸਿਟੀ ਆਫ ਇੰਡੀਆ, ਕਿ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਲੈਂਗੁਏਜਿਸ ਨੇ ਦਾ ਇਹ ਮਤਲਬ ਹੈ। ਸੋ ਦੇਖਦੇ ਹਾਂ ਕਿ ਲੈਂਗੁਏਜ ਡਿਫਰੈਂਸਿਸ ਕੀ ਨੇ ਇੰਡੀਆ ਦੇ। ਇਹਦਾ ਹਾਊ ਮੈਨੀ ਲੈਂਗੁਏਜਿਸ ਡੂ ਵੀ ਹੈਵ ਇਨ ਇੰਡੀਆ, ਦਾ ਆਨਸਰ ਡਿਪੈਂਡਸ ਔਨ ਹਾਊ ਵਨ ਕਾਊਂਟਸ ਇਟ। ਅਗਰ ਅਸੀਂ ਕਿਸੇ ਨੂੰ ਪੁੱਛੀਏ ਕਿ ਕਿੰਨੀਆਂ ਲੈਂਗੁਏਜਿਸ ਨੇ ਹਿੰਦੁਸਤਾਨ ਦੇ ਵਿੱਚ, ਤਾਂ ਸਾਡੇ ਕਾਊਂਟ ਕਰਨ 'ਤੇ ਡਿਪੈਂਡ ਕਰਦਾ ਹੈ। ਮਤਲਬ ਬਹੁਤ ਹੀ ਜ਼ਿਆਦਾ ਲੈਂਗੁਏਜਿਸ ਨੇ, ਇਹਨਾਂ ਨੂੰ ਅਸੀਂ ਗਿਣਨਾ ਵੀ ਕਈ ਵਾਰੀ ਮੁਸ਼ਕਿਲ ਹੋ ਜਾਂਦਾ, ਇੰਨੀਆਂ ਜ਼ਿਆਦਾ ਲੈਂਗੁਏਜਿਸ ਨੇ। 2001 ਦੇ ਵਿੱਚ ਸੈਂਸਸ ਆਫ ਇੰਡੀਆ ਹੋਈ ਸੀ, ਜਨਗਣਨਾ ਹੋਈ ਸੀ। ਉਹਦੇ ਵਿੱਚ ਪਾਇਆ ਗਿਆ ਹੈ ਕਿ 1500 ਤੋਂ ਵੀ ਜ਼ਿਆਦਾ ਜਿਹੜੀਆਂ ਨੇ ਲੈਂਗੁਏਜਿਸ ਨੇ ਐਸੀਆਂ ਜਿਹੜੀਆਂ ਕਿ ਲੋਕਾਂ ਨੇ ਆਪਣੀਆਂ ਮਦਰ ਟੰਗ ਦੱਸੀਆਂ ਹੋਈਆਂ ਨੇ। ਸੋ 1500 ਤੋਂ ਵੀ ਜ਼ਿਆਦਾ ਐਸੀਆਂ ਲੈਂਗੁਏਜਿਸ ਨੇ ਵੱਖਰੀਆਂ ਵੱਖਰੀਆਂ, ਇੰਨੀਆਂ ਜ਼ਿਆਦਾ ਲੈਂਗੁਏਜਿਸ। ਸੋ ਇਸ ਤੋਂ ਬਾਅਦ ਜਿਹੜਾ ਹੈ ਬਹੁਤ ਸਾਰੀਆਂ ਲੈਂਗੁਏਜਿਸ ਦੇਖਿਆ ਗਿਆ ਕਿ ਕਿਸੇ ਵੱਡੀ ਲੈਂਗੁਏਜ ਦਾ ਹੀ ਸਬ ਪਾਰਟ ਨੇ। ਫੋਰ ਐਗਜ਼ਾਮਪਲ ਭੋਜਪੁਰੀ, ਮਗਧੀ, ਬੁੰਦੇਲਖੰਡੀ, ਛੱਤੀਸਗੜ੍ਹੀ, ਰਾਜਸਥਾਨੀ, ਬੀਲੀ ਔਰ ਹੋਰ ਇਸ ਤਰ੍ਹਾਂ ਦੀ ਜਿਹੜੀਆਂ ਲੈਂਗੁਏਜਿਸ ਸੀਗੀਆਂ ਉਹਨਾਂ ਨੂੰ ਹਿੰਦੀ ਦੇ ਅੰਡਰ ਹੀ ਜਿਹੜਾ ਹੈ ਗਰੁੱਪ ਕਰ ਦਿੱਤਾ ਗਿਆ। ਸੋ ਇਸ ਤੋਂ ਬਾਅਦ ਵੀ ਜਿਹੜਾ ਹੈ ਗਰੁੱਪਿੰਗ ਤੋਂ ਬਾਅਦ ਵੀ 114 ਜਿਹੜੀਆਂ ਨੇ ਮੇਜਰ ਲੈਂਗੁਏਜਿਸ ਪਾਈਆਂ ਗਈਆਂ ਨੇ ਸੈਂਸਸ ਦੇ ਅਕੋਰਡਿੰਗ। ਇਹਨਾਂ 114 ਲੈਂਗੁਏਜਿਸ ਦੇ ਵਿੱਚੋਂ 22 ਜਿਹੜੀਆਂ ਨੇ ਉਹ ਮੇਜਰ ਲੈਂਗੁਏਜਿਸ ਮੰਨੀਆਂ ਗਈਆਂ ਨੇ, ਜਿਨ੍ਹਾਂ ਨੂੰ ਕਿ ਕੌਂਸਟੀਟਿਊਸ਼ਨ ਦੇ 8th ਸ਼ੈਡਿਊਲ ਦੇ ਵਿੱਚ ਪਲੇਸ ਦਿੱਤੀ ਗਈ ਹੈ, ਜਿਸ ਕਰਕੇ ਇਹਨਾਂ 22 ਮੇਜਰ ਲੈਂਗੁਏਜਿਸ ਨੂੰ ਜਿਹੜਾ ਹੈ ਸ਼ੈਡਿਊਲਡ ਲੈਂਗੁਏਜਿਸ ਆਫ ਦਾ ਕੌਂਸਟੀਟਿਊਸ਼ਨ ਕਿਹਾ ਜਾਂਦਾ ਹੈ। ਇਹਦਾ ਅਦਰਸ ਆਰ ਕਾਲਡ ਨੌਨ ਸ਼ੈਡਿਊਲਡ ਲੈਂਗੁਏਜਿਸ। ਇਹਨਾਂ 22 ਲੈਂਗੁਏਜਿਸ ਤੋਂ ਬਿਨਾਂ ਬਾਕੀ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਨੌਨ ਸ਼ੈਡਿਊਲਡ ਲੈਂਗੁਏਜਿਸ ਕਹਿੰਦੇ ਨੇ। ਇਨ ਟਰਮਸ ਆਫ ਲੈਂਗੁਏਜਿਸ ਇੰਡੀਆ ਇਜ਼ ਪਰਹੈਪਸ ਮੋਸਟ ਡਾਇਵਰਸ ਕੰਟਰੀ ਇਨ ਦਾ ਵਰਲਡ। ਲੈਂਗੁਏਜਿਸ ਦੇ ਹਿਸਾਬ ਦੇ ਨਾਲ ਜਿਹੜਾ ਹੈ ਹਿੰਦੁਸਤਾਨ ਇੱਕ ਐਸਾ ਦੇਸ਼ ਹੈ, ਸ਼ਾਇਦ ਵਰਲਡ ਦੇ ਵਿੱਚ ਇਕਲੌਤਾ ਐਸਾ ਦੇਸ਼ ਹੈ ਜਿੱਥੇ ਇੰਨੀਆਂ ਜ਼ਿਆਦਾ ਲੈਂਗੁਏਜਿਸ ਬੋਲੀਆਂ ਜਾਂਦੀਆਂ ਨੇ ਔਰ ਲਿਖੀਆਂ ਜਾਂਦੀਆਂ ਨੇ। ਹਾਂਜੀ ਸਟੂਡੈਂਟਸ, ਇਸ ਤੋਂ ਅੱਗੇ ਹੈ ਕਹਿੰਦਾ ਲੁੱਕ ਐਟ ਦ ਇਨਕਲੋਜ਼ ਟੇਬਲ ਮੇਕਸ ਇਟ ਕਲੀਅਰ ਦੈਟ ਨੋ ਲੈਂਗੁਏਜ ਇਜ਼ ਦ ਮਦਰ ਟੰਗ ਆਫ ਦ ਮੈਜੋਰਿਟੀ ਆਫ ਆਰ ਪੋਪੂਲੇਸ਼ਨ। ਇੱਧਰ ਤੁਹਾਨੂੰ ਇਹ ਜਿਹੜਾ ਟੇਬਲ ਦਿੱਤਾ ਗਿਆ ਹੈ, ਇਸ ਟੇਬਲ ਨੂੰ ਪੜ੍ਹ ਕੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਕਿਹੜੀ ਲੈਂਗੁਏਜ ਕਿੰਨੇ % ਪੀਪਲ ਜਿਹੜੇ ਬੋਲਦੇ ਆ। ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਜਿਹੜੀ ਹਿੰਦੀ ਸਾਡੀ ਸਭ ਤੋਂ ਵੱਡੀ ਲੈਂਗੁਏਜ ਹੈ ਦੇਸ਼ ਦੀ, ਉਹ ਵੀ ਸਾਡੀ ਮੈਜੋਰਿਟੀ ਲੈਂਗੁਏਜ ਨਹੀਂ ਹੈ। ਮਤਲਬ ਮੈਜੋਰਿਟੀ ਆਫ ਦਾ ਪੀਪਲ ਜਿਹੜੇ ਨੇ ਉਹ ਹਿੰਦੀ ਨਹੀਂ ਬੋਲਦੇ। ਕਿਉਂ? ਕਿਉਂਕਿ ਡੇਟਾ 'ਚ ਕਲੀਅਰ ਹੈ, ਟੇਬਲ 'ਚ ਕਲੀਅਰ ਹੈ ਕਿ ਹਿੰਦੀ ਇਜ਼ ਦ ਲੈਂਗੁਏਜ ਆਫ ਓਨਲੀ ਅਬਾਊਟ 41% ਪੀਪਲ। ਹਿੰਦੀ ਜਿਹੜੀ ਹੈ ਸਿਰਫ 41% ਲੋਕ ਹੀ ਬੋਲਦੇ ਨੇ। ਸੋ ਇਸ ਕਰਕੇ ਅਸੀਂ ਹਿੰਦੀ ਨੂੰ ਵੀ ਜਿਹੜਾ ਹੈ ਮੈਜੋਰਿਟੀ ਲੈਂਗੁਏਜ ਨਹੀਂ ਮੰਨ ਸਕਦੇ, ਜਿਸ ਕਰਕੇ ਜਿਹੜਾ ਹੈ ਅਫੀਸ਼ੀਅਲ ਲੈਂਗੁਏਜ ਹੈ, ਲੇਕਿਨ ਨੈਸ਼ਨਲ ਲੈਂਗੁਏਜ ਨਹੀਂ ਬਣੀ ਅਜੇ ਤੱਕ, ਕਿਉਂਕਿ ਮੈਜੋਰਿਟੀ ਆਫ ਦਾ ਪੀਪਲ ਨੇ ਹਿੰਦੀ ਨੂੰ ਨਹੀਂ ਬੋਲਦੇ। ਹਿੰਦੀ ਵੀ ਸਿਰਫ 41% ਪੀਪਲ ਹੀ ਬੋਲਦੇ ਨੇ। ਸੋ ਇਹ ਕਲੀਅਰ ਹੈ। If we add to that all those who knew Hindi as their second or third language, this number will be still about 50% or less than 50%। ਅਗਰ ਅਸੀਂ ਉਹਨਾਂ ਲੋਕਾਂ ਨੂੰ ਵੀ ਸ਼ਾਮਿਲ ਕਰ ਲਈਏ ਜਿਨ੍ਹਾਂ ਦੀ ਹਿੰਦੀ ਦੂਸਰੀ ਜਾਂ ਤੀਸਰੀ ਲੈਂਗੁਏਜ ਹੈ, ਤਾਂ ਵੀ ਇਹ ਜਿਹੜਾ ਨੰਬਰ ਹੈ 50% ਤੋਂ ਲੈਸ ਰਹਿ ਜਾਂਦਾ ਹੈ। ਸੋ ਹਿੰਦੀ ਵੀ ਸਾਡੀ ਜਿਹੜੀ ਮੇਨ ਲੈਂਗੁਏਜ ਹੈ ਉਹ ਵੀ ਮੈਜੋਰਿਟੀ ਲੋਕ ਨਹੀਂ ਬੋਲਦੇ। ਸੋ ਬਹੁਤ ਹੀ ਜ਼ਿਆਦਾ ਡਾਇਵਰਸ ਲੈਂਗੁਏਜਿਸ ਨੇ ਹਿੰਦੁਸਤਾਨ ਦੇ ਵਿੱਚ। ਇੰਗਲਿਸ਼ ਦੀ ਅਗਰ ਗੱਲ ਕਰ ਲਈਏ ਤਾਂ ਇਹ ਦੱਸਦਾ ਹੈ ਕਿ 0.02 ਜਿਹੜੇ ਨੇ 0.02% ਇੰਡੀਅਨ ਹੀ ਇੰਗਲਿਸ਼ ਜਿਹੜੇ ਨੇ ਉਹਨੂੰ ਇੰਗਲਿਸ਼ ਨੂੰ ਮਦਰ ਟੰਗ ਦੱਸਦੇ ਨੇ। ਅਨਦਰ 11% ਨਿਊ ਇਟ ਐਜ਼ ਅ ਸੈਕਿੰਡ ਔਰ ਥਰਡ ਲੈਂਗੁਏਜ। ਅਗਰ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਲਈਏ ਜਿਨ੍ਹਾਂ ਦੀ ਇੰਗਲਿਸ਼ ਸੈਕਿੰਡ ਜਾਂ ਥਰਡ ਲੈਂਗੁਏਜ ਹੈ, ਤਾਂ ਸਿਰਫ ਉਹਨਾਂ ਦਾ ਨੰਬਰ ਵੀ 11% ਹੈ। ਸੋ ਇੰਗਲਿਸ਼ ਵੀ ਜਿਹੜੀ ਹੈ ਬਹੁਤ ਘੱਟ ਸਪੀਕਰ ਬੋਲਦੇ ਨੇ। ਟੇਬਲ ਦੇਖ ਲੈਂਦੇ ਹਾਂ। ਟੇਬਲ ਦੇ ਵਿੱਚ ਤੁਸੀਂ ਕਲੀਅਰਲੀ ਦੇਖ ਸਕਦੇ ਹਾਂ, ਇੱਧਰ ਲੈਂਗੁਏਜਿਸ ਦੇ ਨਾਮ ਦਿੱਤੇ ਹੋਏ ਨੇ, ਇੱਧਰ ਪਰਸੈਂਟੇਜ ਦਿੱਤੀ ਹੋਈ ਹੈ ਸਪੀਕਰਸ ਦੀ। ਇਹ ਤੋਂ ਪਤਾ ਚੱਲਦਾ ਹੈ ਕਿ ਹਿੰਦੀ ਜਿਹੜੀ ਹੈ ਸਭ ਤੋਂ ਪਹਿਲੇ ਨੰਬਰ 'ਤੇ ਹੈ, ਲੇਕਿਨ ਹਿੰਦੀ ਵੀ ਸਿਰਫ 41% ਪੀਪਲ ਜਿਹੜੇ ਨੇ ਉਹੀ ਇਹਦੇ ਨੇਟਿਵ ਸਪੀਕਰ ਨੇ। ਦੈਨ ਨੰਬਰ 2 ਦੇ ਉੱਪਰ ਆਉਂਦੀ ਹੈ ਬੰਗਾਲੀ ਲੈਂਗੁਏਜ। 8% ਪੀਪਲ ਜਿਹੜੇ ਨੇ ਬੰਗਾਲੀ ਲੈਂਗੁਏਜ ਦੇ ਸਪੀਕਰ ਨੇ। ਸੋ ਇਸੇ ਤਰ੍ਹਾਂ ਹੀ ਸੋ ਔਨ ਤੁਸੀਂ ਡਾਟਾ ਦੇਖ ਸਕਦੇ ਹੋ। ਦੈਨ ਤੇਲਗੂ ਹੈ ਜਿਹਨੂੰ ਕਿ 7% ਲੋਕ ਬੋਲਦੇ ਨੇ। ਅਗਰ ਅਸੀਂ ਪੰਜਾਬੀ ਦੀ ਗੱਲ ਕਰ ਲਈਏ, ਪੰਜਾਬੀ ਵੀ ਸ਼ੈਡਿਊਲਡ ਲੈਂਗੁਏਜਿਸ ਦੇ ਵਿੱਚੋਂ ਇੱਕ ਹੈ, ਤਾਂ ਪੰਜਾਬੀ ਜਿਹੜੀ ਹੈ 2.83% ਪੀਪਲ ਬੋਲਦੇ ਨੇ ਅਕੋਰਡਿੰਗ ਟੂ ਦਾ 2001 ਸੈਂਸਸ ਆਫ ਇੰਡੀਆ। ਸੋ ਇਸ ਡਾਟਾ ਦੇ ਵਿੱਚ ਜਿਹੜਾ ਹੈ 22 ਸ਼ੈਡਿਊਲਡ ਲੈਂਗੁਏਜਿਸ ਆਫ ਇੰਡੀਆ ਦਿੱਤੀਆਂ ਹੋਈਆਂ ਨੇ, ਔਰ ਹਿੰਦੀ ਨੂੰ ਮਿਲਾ ਕੇ 22 ਲੈਂਗੁਏਜਿਸ ਨੇ। ਅਗਰ ਹਿੰਦੀ ਨੂੰ ਅਸੀਂ ਸਾਈਡ 'ਤੇ ਕਰਦੇ ਹਾਂ, ਹਿੰਦੀ ਤੋਂ ਬਿਨਾਂ 21 ਹੋਰ ਨੇ। ਟੋਟਲ ਜਿਹੜੀਆਂ ਨੇ 22 ਨੇ, ਇਨਕਲੂਡਿੰਗ ਹਿੰਦੀ ਵੀ ਸ਼ਾਮਿਲ ਹੈ। ਦੇਖੋ ਇਹਦੇ ਰਿਗਾਰਡਿੰਗ ਜਿਹੜਾ ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ ਆਬਜੈਕਟਿਵ ਟਾਈਪ, ਸੋ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ 22 ਸ਼ੈਡਿਊਲਡ ਲੈਂਗੁਏਜਿਸ ਨੇ ਇਨਕਲੂਡਿੰਗ ਹਿੰਦੀ ਵੀ ਵਿੱਚ ਹੀ ਹੈ। ਠੀਕ ਹੈ ਜੀ। ਸੋ ਲੈਂਗੁਏਜ ਪੋਲਿਸੀ ਦੇ ਉੱਪਰ ਰੀਸੈਂਟਲੀ ਕੁਐਸਚਨ ਆਇਆ ਸੀ ਆਬਜੈਕਟਿਵ ਟਾਈਪ,
ਸੋ ਜਿਹੜਾ ਹੈ ਲੈਂਗੁਏਜ ਪੋਲਿਸੀ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ। ਦੈਨ ਪੇਜ ਨੰਬਰ 23 ਤੇ ਵੱਧਦੇ ਹਾਂ। ਪੇਜ ਨੰਬਰ 23 ਦੇ ਉੱਪਰ ਜਿਹੜਾ ਹੈ ਟਾਈਮਜ਼ ਆਫ ਇੰਡੀਆ ਦੀਆਂ ਕੁਛ ਨਿਊਜ਼ ਕਲਿੱਪਸ ਦਿੱਤੀਆਂ ਹੋਈਆਂ ਨੇ ਰਿਗਾਰਡਿੰਗ ਦਾ ਆਰਗੇਨਾਈਜੇਸ਼ਨ ਆਫ ਸਟੇਟਸ ਔਨ ਦਾ ਬੇਸਿਸ ਆਫ ਲੈਂਗੁਏਜ। ਸੋ ਪਹਿਲੀ ਕਲਿੱਪ ਹੈ ਦੱਸਦੀ ਹੈ ਕਿ ਰਿਪੋਰਟ ਆਫ ਸਟੇਟਸ ਆਰਗੇਨਾਈਜੇਸ਼ਨ ਕਮਿਸ਼ਨ SRC ਇਹ ਜਿਹੜੀ ਸੀਗੀ ਨਵੰਬਰ 1 1956 ਨੂੰ ਇੰਪਲੀਮੈਂਟ ਹੋਈ ਸੀਗੀ ਔਰ ਇਹਦੇ ਵਿੱਚ ਕੀ ਕਿਹਾ ਗਿਆ ਸੀਗਾ ਕਹਿੰਦਾ ਦਿਸ ਇਨ ਇਟਸ ਓਨ ਟਾਈਮ ਐਂਡ ਓਨ ਵੇ ਹੈਜ਼ ਆਲਸੋ ਟਰਾਂਸਫਾਰਮ ਦਾ ਪੋਲੀਟੀਕਲ ਐਂਡ ਇੰਸਟੀਟਿਊਸ਼ਨਲ ਲਾਈਫ ਆਫ ਦ ਨੇਸ਼ਨ। ਸੋ ਸਟੇਟ ਆਰਗੇਨਾਈਜੇਸ਼ਨ ਕਮਿਸ਼ਨ ਜਿਹੜਾ ਹੈ ਉਹਨੇ ਆਪਣੀ ਰეკਮੈਂਡੇਸ਼ਨ ਦਿੱਤੀਆਂ ਸੀਗੀਆਂ ਕਿ ਕਿਵੇਂ ਲੈਂਗੁਏਜ ਬੇਸਡ ਸਟੇਟਸ ਹੋਣੀਆਂ ਚਾਹੀਦੀਆਂ ਨੇ, ਜਿਹਦੇ ਨਾਲ ਨੇਸ਼ਨ ਜਿਹੜਾ ਹੈ ਕਾਫੀ ਟਰਾਂਸਫਾਰਮ ਹੋ ਗਿਆ ਸੀਗਾ। ਗਾਂਧੀ ਐਂਡ ਅਦਰ ਲੀਡਰਸ ਪ੍ਰੋਮਿਸ ਦੈਟ ਦੇਅਰ ਫੋਲੋਅਰਸ that when the freedom came, new nation would be based on a new set of provinces based on language। ਗਾਂਧੀ ਜੀ ਔਰ ਉਹਨਾਂ ਦੇ ਲੀਡਰਸ ਨੇ ਕਿਹਾ ਸੀ ਜਦੋਂ ਆਜ਼ਾਦੀ ਮਿਲੇਗੀ ਤਾਂ ਨਵੇਂ ਨੇਸ਼ਨ ਦੇ ਵਿੱਚ ਨਵੀਆਂ ਸਟੇਟਸ ਹੋਣਗੀਆਂ ਲੈਂਗੁਏਜ ਦੇ ਬੇਸ ਉੱਪਰ, ਭਾਸ਼ਾ ਦੇ ਆਧਾਰ 'ਤੇ ਵੱਖਰੀ ਵੱਖਰੀ ਸਟੇਟ ਹੋਏਗੀ, ਜਿਵੇਂ ਪੰਜਾਬੀ ਵਾਲਿਆਂ ਦੀ ਪੰਜਾਬ ਸਟੇਟ। However, when India was finally freed in 1947, it was also divided। ਹਾਲਾਂਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਤਾਂ ਇਹ ਜਿਹੜਾ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ ਵੰਡਿਆ ਗਿਆ ਸੀ। ਸੋ ਇੱਕ ਨਿਊਜ਼ ਕਲਿੱਪ ਹੈ ਰਿਗਾਰਡਿੰਗ ਦਾ ਸਟੇਟਸ ਬੇਸਡ ਔਨ ਲੈਂਗੁਏਜ। ਨੈਕਸਟ ਕਲਿੱਪ ਦੇਖਦੇ ਹਾਂ। ਕਹਿੰਦਾ ਪਾਰਟੀਸ਼ਨ ਵਾਜ਼ ਦਾ ਕੌਨਸੀਕੁਐਂਸ ਆਫ ਪ੍ਰਾਈਮੋਰਡੀਅਲ ਅਟੈਚਮੈਂਟ ਟੂ ਵਨਸ ਫੇਥ। ਜਿਹੜੀ ਦੇਸ਼ ਦੀ ਵੰਡ ਹੋਈ ਸੀ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ, ਇਹ ਕਾਹਦਾ ਨਤੀਜਾ ਸੀਗਾ? ਕਿਉਂਕਿ ਅਸੀਂ ਬਹੁਤ ਜ਼ਿਆਦਾ ਆਪਣੇ ਧਰਮ ਨਾਲ ਜੁੜੇ ਹੋਏ ਸਾਂ। ਮਤਲਬ ਜਿਹੜੇ ਮੁਸਲਮਾਨ ਸੀਗੇ ਉਹ ਪਾਕਿਸਤਾਨ ਦੀ ਮੰਗ 'ਤੇ ਅੜੇ ਹੋਏ ਸੀਗੇ, ਠੀਕ ਹੈ ਜੀ। ਸੋ ਇਸ ਤਰ੍ਹਾਂ ਦੇ ਨਾਲ ਹਿੰਦੂ ਔਰ ਮੁਸਲਮਾਨਾਂ ਦਾ ਜਿਹੜੇ ਆਪਸੀ ਜਿਹੜੇ ਡਿਸਕ੍ਰਿਮੀਨੇਸ਼ਨ ਸੀਗਾ, ਜੋ ਡਿਵੀਜ਼ਨ ਸੀਗੀ, ਉਹਨੇ ਹੀ ਜਿਹੜਾ ਹੈ ਦੇਸ਼ ਨੂੰ ਵੰਡਿਆ ਸੀਗਾ। ਹਾਊ ਮੈਨੀ ਮੋਰ ਪਾਰਟੀਸ਼ਨਸ ਵੁੱਡ ਦੈਟ ਅਦਰ ਪ੍ਰਾਈਮੋਰਡੀਅਲ ਲਾਇਲਟੀ ਲੈਂਗੁਏਜ ਲੀਡ ਟੂ। ਸੋ ਰੈਨ ਦਾ ਥਿੰਕਿੰਗ ਆਫ ਨਹਿਰੂ, ਪਟੇਲ ਐਂਡ ਰਾਜਾ ਜੀ। ਸੋ ਬਹੁਤ ਸਾਰੇ ਜਿਹੜੇ ਸਾਡੇ ਲੀਡਰ ਸੀਗੇ ਉਹ ਸੋਚਦੇ ਸੀਗੇ ਕਿ ਪਹਿਲਾਂ ਹੀ ਵੰਡ ਹੋ ਗਈ ਹੈ ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿੱਚ, ਅਗਰ ਅਸੀਂ ਹੁਣ ਲੈਂਗੁਏਜ ਦੇ ਬੇਸ ਉੱਪਰ ਸਟੇਟਸ ਬਣਾਵਾਂਗੇ ਤਾਂ ਪਤਾ ਨਹੀਂ ਹਿੰਦੁਸਤਾਨ ਹੋਰ ਕਿੰਨੇ ਟੁਕੜਿਆਂ ਵਿੱਚ ਵੰਡਿਆ ਜਾਏਗਾ। ਅਗਲੀ ਨਿਊਜ਼ ਕਲਿੱਪ ਹੈ। ਕਹਿੰਦਾ ਕਿ ਕਈ ਲੋਕ ਸੋਚਦੇ ਨੇ ਕਿ ਲੈਂਗੁਏਜ ਬੇਸਡ ਸਟੇਟਸ ਬਣਨ ਦੇ ਨਾਲ ਇੰਡੀਆ ਦੀ ਯੂਨਿਟੀ ਨੂੰ ਖਤਰਾ ਹੋ ਜਾਏਗਾ, ਲੇਕਿਨ ਐਸਾ ਨਹੀਂ ਹੈ। ਲੈਂਗੁਏਜ ਸਟੇਟਸ ਜਿਹੜੀਆਂ ਨੇ, ਲੈਂਗੁਏਜ ਬੇਸਡ ਸਟੇਟਸ ਜਿਹੜੀਆਂ ਨੇ, ਇਹਨਾਂ ਦੇ ਨਾਲ ਕੰਟਰੀ ਜਿਹੜਾ ਹੈ ਹੋਰ ਸਟਰੈਂਥਨ ਹੋਇਆ, ਮਜ਼ਬੂਤ ਹੋਇਆ। ਅੱਜ ਹਰ ਇੱਕ ਇਨਸਾਨ ਜਿਹੜਾ ਕੰਨੜ ਬੋਲਦਾ ਹੈ ਉਹ ਕੰਨੜੀਗਾ ਔਰ ਆਪਣੇ ਆਪ ਨੂੰ ਕੰਨੜੀਗਾ ਵੀ ਸਮਝਦਾ ਹੈ ਔਰ ਇੰਡੀਅਨ ਵੀ ਸਮਝਦਾ ਹੈ। ਬੰਗਾਲ ਦਾ ਬੰਦਾ ਜਿਹੜਾ ਕੋਈ ਆਪਣੇ ਆਪ ਨੂੰ ਬੰਗਾਲੀ ਕਹਿਣ 'ਚ ਵੀ ਮਾਣ ਮਹਿਸੂਸ ਕਰਦਾ ਹੈ ਔਰ ਇੰਡੀਅਨ ਕਹਿਣ 'ਚ ਵੀ ਮਾਣ ਮਹਿਸੂਸ ਕਰਦਾ ਹੈ। ਤਾਮਿਲ ਪਰਸਨ ਤਾਮਿਲ ਕਹਿਣ 'ਚ ਵੀ ਮਾਣ ਮਹਿਸੂਸ ਕਰਦਾ ਹੈ, ਇੰਡੀਅਨ 'ਚ ਕਹਿਣ 'ਚ ਵੀ ਮਾਣ ਮਹਿਸੂਸ ਕਰਦਾ ਹੈ। ਗੁਜਰਾਤ ਦਾ ਬੰਦਾ ਜਿਹੜਾ ਹੈ ਉਹ ਆਪਣੇ ਆਪ ਨੂੰ ਗੁਜਰਾਤੀ ਕਹਿ ਕੇ ਵੀ ਮਾਣ ਮਹਿਸੂਸ ਕਰਦਾ ਔਰ ਇੰਡੀਅਨ ਕਹਿ ਕੇ ਵੀ ਮਾਣ ਮਹਿਸੂਸ ਕਰਦਾ। ਜਿਵੇਂ ਅਸੀਂ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰਦੇ ਹਾਂ, ਨਾਲ ਦੀ ਨਾਲ ਅਸੀਂ ਇੰਡੀਅਨ ਵੀ ਹਾਂ। ਟੂ ਬੀ ਸ਼ੋਰ ਦੀਜ਼ ਸਟੇਟਸ ਬੇਸਡ ਔਨ ਲੈਂਗੁਏਜ ਸਮਟਾਈਮਸ ਕੋਅਲ ਵਿਦ ਵਨ ਅਨਦਰ। ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਇਹ ਜਿਹੜੀਆਂ ਸਟੇਟਸ ਨੇ ਕਈ ਵਾਰੀ ਆਪਸ 'ਚ ਛੋਟਾ ਮੋਟਾ ਝਗੜਾ ਕਰ ਲੈਂਦੀਆਂ। Next clip. While these disputes are not pretty, they could not in fact have been far worse. They could in fact have been far worse. So means ਕਿ ਇਹ ਜਿਹੜੇ ਝਗੜੇ ਨੇ ਹਾਲਾਂਕਿ ਬਹੁਤ ਛੋਟੇ ਨਹੀਂ ਨੇ, ਕਈ ਵਾਰੀ ਵੱਡੇ ਹੋ ਜਾਂਦੇ ਨੇ ਝਗੜੇ ਸਟੇਟਸ ਦੇ ਵਿੱਚ, ਲੇਕਿਨ ਕਹਿੰਦਾ ਕਿ ਅਗਰ ਅਸੀਂ ਲੈਂਗੁਏਜ ਬੇਸਡ ਸਟੇਟਸ ਨਾ ਬਣਾਉਂਦੇ ਤਾਂ ਹਾਲਾਤ ਹੋਰ ਵੀ ਬੁਰੇ ਹੋ ਸਕਦੇ ਸੀ। ਇਹ ਲੱਖ ਭਾਸ਼ਾ ਬੋਲਣ ਵਾਲੇ ਜਿਹੜੇ ਲੋਕ ਨੇ ਇਹ ਵੱਖਰੇ ਹੋਣ ਦਾ ਜਿਹੜਾ ਦਾਅਵਾ ਕਰ ਸਕਦੇ ਸੀਗੇ। ਸੋ ਅਸੀਂ ਕੰਟਰੀ ਨੂੰ ਯੂਨਾਈਟਿਡ ਰੱਖਿਆ, ਇਹਨਾਂ ਨੂੰ ਅਲੱਗ-ਅਲੱਗ ਸਟੇਟਸ ਦੇ ਕੇ। ਸੋ ਦੈਟਸ ਗੁੱਡ ਫॉर द ਯੂਨਿਟੀ ਆਫ ਦ ਕੰਟਰੀ। ਹਾਂਜੀ, ਸੋ ਨੈਕਸਟ ਹੈ ਕਹਿੰਦਾ ਇਟ ਇਜ਼ ਦ ਫਾਰਮੇਸ਼ਨ ਆਫ ਲਿੰਗੁਇਸਟਿਕ ਸਟੇਟਸ ਦੈਟ ਹੈਜ਼ ਅਲਾਉਡ ਇੰਡੀਆ ਟੂ escape what might have been a worse fate state। ਸੋ ਕਹਿੰਦਾ ਕਿ ਲਿੰਗੁਇਸਟਿਕ ਸਟੇਟਸ ਬਣਾ ਕੇ ਅਸੀਂ ਹਿੰਦੁਸਤਾਨ ਨੂੰ ਉਸ ਬੁਰੇ ਹਾਲਾਤ ਤੋਂ ਬਚਾਇਆ ਹੈ। ਕਿਹੜੇ ਬੁਰੇ ਹਾਲਾਤ ਤੋਂ? ਦੇਸ਼ ਦਾ ਹੋਰ ਬਟਵਾਰਾ ਨਹੀਂ ਹੋਣ ਦਿੱਤਾ, ਅਸੀਂ ਦੇਸ਼ ਦੇ ਵਿੱਚੋਂ ਹੋਰ ਕੋਈ ਟੁਕੜਾ ਨਹੀਂ ਹੋਣ ਦਿੱਤਾ। ਸੋ ਫਰਦਰ ਪਾਰਟੀਸ਼ਨ ਜਿਹੜੀ ਅਸੀਂ ਰੋਕੀ ਹੈ, ਦੇਸ਼ ਨੂੰ ਫਰਦਰ ਬਟਵਾਰੇ ਤੋਂ ਰੋਕਿਆ ਹੈ ਲੈਂਗੁਏਜ ਸਟੇਟਸ ਬਣਾ ਕੇ। ਇਫ ਦ ਸੈਂਟੀਮੈਂਟਸ ਆਫ ਦ ਨੇਟਿਵ ਸਪੀਕਰਸ ਆਫ ਤੇਲਗੂ, ਮਰਾਠੀ ਐਟਸੈਟਰਾ ਹੈਡ ਬੀਨ ਡਿਸਰਿਗਾਰਡਡ what we might have seen one language 14 or 15 nations। ਅਗਰ ਅਸੀਂ ਲੈਂਗੁਏਜ ਬੇਸਡ ਸਟੇਟਸ ਨਾ ਬਣਾਉਂਦੇ ਤਾਂ ਕੀ ਹੋਣਾ ਸੀਗਾ ਕਿ ਸ਼ਾਇਦ ਭਾਸ਼ਾ ਤਾਂ ਇੱਕ ਹੁੰਦੀ ਲੇਕਿਨ ਹਿੰਦੁਸਤਾਨ ਦੇ 14-15 ਟੁਕੜੇ ਹੋ ਚੁੱਕੇ ਹੁੰਦੇ। ਮਤਲਬ ਕਿ ਅਸੀਂ ਵਧੀਆ ਕੀਤਾ ਹੈ ਕਿ ਅਸੀਂ ਹਿੰਦੀ ਲੈਂਗੁਏਜ ਕਿਸੇ ਉੱਪਰ ਠੋਸੀ ਨਹੀਂ, ਇੰਪੋਜ਼ ਨਹੀਂ ਕੀਤੀ ਔਰ ਸਟੇਟਸ ਨੂੰ ਆਪਣੀਆਂ ਲੈਂਗੁਏਜਿਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਹੀ ਜਿਹੜਾ ਹੈ ਕੰਮਕਾਜ ਕਰਨ ਦੀ ਇਜਾਜ਼ਤ ਦਿੱਤੀ ਹੈ। ਉਹਨਾਂ ਦੀ ਲੈਂਗੁਏਜਿਸ ਨੂੰ ਅਸੀਂ ਇੰਪੋਰਟੈਂਸ ਦਿੱਤੀ ਹੈ, ਲੈਂਗੁਏਜ ਬੇਸਡ ਸਟੇਟਸ ਬਣਾਈਆਂ ਨੇ, ਜਿਸ ਕਾਰਨ ਸਾਡਾ ਦੇਸ਼ ਯੂਨਾਈਟਿਡ ਹੈ। ਸੋ ਕਹਿਣ ਦਾ ਮਤਲਬ ਕਿ ਲੈਂਗੁਏਜ ਬੇਸਡ ਸਟੇਟਸ ਜਿਹੜੀਆਂ ਨੇ ਦੇਸ਼ ਦੀ ਯੂਨਿਟੀ ਵਾਸਤੇ ਬਿਲਕੁਲ ਖਤਰਨਾਕ ਨਹੀਂ ਹੈ। ਅੱਜ ਅਸੀਂ ਜਿੱਥੇ
ਆਪਣੀ ਸਟੇਟ ਦੇ ਸਿਟੀਜ਼ਨ ਹੋਣ ਦਾ ਜਿਹੜਾ ਹੈ ਫਖਰ ਮਹਿਸੂਸ ਕਰਦੇ ਹਾਂ। ਨਾਲ ਸਾਨੂੰ ਇਹ ਵੀ ਫਖਰ ਹੈ ਕਿ ਅਸੀਂ ਹਿੰਦੁਸਤਾਨੀ ਹਾਂ ਔਰ ਹਿੰਦੁਸਤਾਨ ਦੇ ਵਿੱਚ ਸਾਡਾ ਪੂਰਾ ਜਿਹੜਾ ਵਿਸ਼ਵਾਸ ਹੈ ਔਰ ਅਸੀਂ ਹਿੰਦੁਸਤਾਨ ਦੀ ਜਿਹੜੀ ਤਰੱਕੀ ਹੈ, ਜੋ ਵੀ ਇਹਦੀ ਪ੍ਰੋਗਰੈਸ ਹੈ, ਉਹਦੇ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਦੇ ਰਹੇ ਹਾਂ। ਵੀ ਆਰ ਪ੍ਰਾਊਡ ਟੂ ਬੀ ਇੰਡੀਅਨ ਐਜ਼ ਵੀ ਆਰ ਪ੍ਰਾਊਡ ਟੂ ਬੀ ਪੰਜਾਬੀ ਔਰ whatever state we belong to. So that's all about these two illustrations. I hope you would have understood. Thanks.